Good morning. Our next topic is memory allocation. So ਕਿਹੜੇ ਤਰੀਕਿਆਂ ਦੇ ਨਾਲ memory allocate ਹੁੰਦੀ ਹੈ. Every process must be given some space, memory, some space before execution. ਕੋਈ ਵੀ ਪ੍ਰੋਸੈਸ ਜਦੋਂ ਆਪਾਂ ਐਗਜ਼ੀਕਿਊਟ ਕਰਾਣੀ ਹੈ ਤਾਂ ਡੈਫੀਨੇਟਲੀ ਉਹਨੂੰ ਕਿਤੇ ਨਾ ਕਿਤੇ ਪਹਿਲੇ ਉਹਨੂੰ ਸਪੇਸ ਦੇਣੀ ਜ਼ਰੂਰੀ ਹੈ. ਉੱਥੋਂ ਹੀ ਉਹ ਲੋਡ ਹੋਏਗੀ, ਦੈਨ ਉੱਥੋਂ ਹੀ ਐਗਜ਼ੀਕਿਊਟ ਹੋਏਗੀ. ਜਿਹੜੇ ਉਹਦੇ ਇੰਟਰਮੀਡੀਏਟ ਰਿਜ਼ਲਟ ਆਉਂਦੇ ਆ ਉਹ ਵੀ ਕਿਤੇ ਨਾ ਕਿਤੇ ਉਹ ਸਟੋਰ ਹੋਣੇ ਹੁੰਦੇ ਆ. ਸੋ ਇੱਕ ਪ੍ਰੋਸੈਸ ਨੂੰ ਐਗਜ਼ੀਕਿਊਟ ਕਰਨ ਤੋਂ ਪਹਿਲੇ ਐਲੋਕੇਟ ਕਰਵਾਉਣਾ ਜ਼ਰੂਰੀ ਹੈ, ਮੈਮਰੀ ਸਪੇਸ ਦੇਣੀ ਜ਼ਰੂਰੀ ਹੈ. ਐਵਰੀ ਪ੍ਰੋਸੈਸ ਮਸਟ ਬੀ ਗਿਵਨ ਸਮ ਮੈਮਰੀ ਸਪੇਸ ਬਿਫੋਰ ਐਗਜ਼ੀਕਿਊਸ਼ਨ. ਫਾਈਨ. The process of assigning the memory to data and instructions of a process is known as memory allocation. ਪ੍ਰੋਸੈਸ ਦੀਆਂ ਦੋ ਚੀਜ਼ਾਂ ਹੁੰਦੀਆਂ ਹੈ, ਉਹਦਾ ਡਾਟਾ ਹੁੰਦਾ ਹੈ ਅਤੇ ਪ੍ਰੋਸੈਸ 'ਚ ਕਿਹੜੀ ਇੰਸਟਰਕਸ਼ਨ ਹੈ. ਠੀਕ ਹੈ ਜੀ, ਦੋ ਚੀਜ਼ਾਂ ਤਾਂ ਹੋਏ ਹੋਣਗੀਆਂ, ਇਸ ਕਰਕੇ ਲਿਖਿਆ ਵਾ ਡਾਟਾ ਐਂਡ ਇੰਸਟਰਕਸ਼ਨ ਆਫ ਅ ਪ੍ਰੋਸੈਸ. ਸੋ ਦ ਪ੍ਰੋਸੈਸ ਆਫ ਅਸਾਈਨਿੰਗ ਮੈਮਰੀ ਟੂ ਡਾਟਾ ਐਂਡ ਇੰਸਟਰਕਸ਼ਨ, ਉਹਨੂੰ ਆਪਾਂ ਬੋਲਦੇ ਹਾਂ ਮੈਮਰੀ ਐਲੋਕੇਸ਼ਨ. ਮੈਮਰੀ ਐਲੋਕੇਸ਼ਨ ਕਿਆ ਹੈ? ਡਾਟਾ ਅਤੇ ਇੰਸਟਰਕਸ਼ਨਸ ਨੂੰ ਮੈਮਰੀ ਅਸਾਈਨ ਕਰਨ ਨੂੰ ਆਪਾਂ ਬੋਲਦੇ ਹਾਂ ਮੈਮਰੀ ਐਲੋਕੇਸ਼ਨ. ਸੋ ਇਹ ਕਿਸ ਕਦੋਂ ਆਪਾਂ ਕਰ ਸਕਦੇ ਹਾਂ? ਡਿਪੈਂਡਿੰਗ ਅਪੋਨ ਵੈਦਰ ਦ ਮੈਮਰੀ ਇਜ਼ ਐਲੋਕੇਟਡ ਐਟ ਕੰਪਾਈਲ ਟਾਈਮ ਔਰ ਰਨ ਟਾਈਮ. ਠੀਕ ਹੈ, ਦੋ ਤਰੀਕੇ ਆ ਸਾਡੇ ਕੋਲ. ਕੰਪਾਈਲ ਟਾਈਮ 'ਤੇ ਆਪਾਂ ਐਲੋਕੇਸ਼ਨ ਕਰਦੇ ਹਾਂ ਪ੍ਰੋਸੈਸ ਦੀ, ਜਾਂ ਪ੍ਰੋਸੈਸ ਨੂੰ ਮੈਮਰੀ, ਜਾਂ ਫਿਰ ਰਨ ਟਾਈਮ 'ਤੇ ਉਹਨੂੰ ਐਲੋਕੇਟ ਕਰਦੇ ਹਾਂ ਮੈਮਰੀ. ਠੀਕ ਹੈ ਜੀ, ਇਵੇਂ ਕੰਸੈਪਟ ਇੱਥੇ ਵੀ ਤੁਹਾਨੂੰ ਕੱਲ੍ਹ ਕਰਵਾਇਆ ਤਾਂ ਲਾਸਟ ਲੈਕਚਰ ਦੇ ਵਿੱਚ ਕਿ ਸਟੈਟਿਕ ਬਾਈਂਡਿੰਗ ਕਦੋਂ ਹੁੰਦੀ ਹੈ? ਜਿਹੜੀ ਲੋਡ ਟਾਈਮ 'ਤੇ ਹੁੰਦੀ ਹੈ, ਜਦੋਂ ਪ੍ਰੋਸੈਸ ਹਜੇ ਲੋਡ ਹੋ ਰਹੀ ਹੈ. ਅਤੇ ਇੱਕ ਹੁੰਦੀ ਹੈ ਡਾਇਨਮਿਕ, ਜਦੋਂ ਉਹ ਐਗਜ਼ੀਕਿਊਟ ਹੁੰਦੀ ਹੈ. ਐਗਜ਼ਾਮਪਲ ਵੀ ਮੈਂ ਤੁਹਾਨੂੰ ਦੱਸਦੀ ਸੀ ਤੁਹਾਡੀ ਸਟੂਡੈਂਟ ਦੀ ਐਗਜ਼ਾਮਪਲ ਲੈ ਕੇ. ਠੀਕ ਹੈ ਜੀ, ਉਹ ਰਿਪੀਟ ਕਰ ਲਿਓ ਵੀਡੀਓ ਅਗਰ ਨਹੀਂ ਤੁਹਾਨੂੰ ਯਾਦ ਹੈ. ਸੋ ਸੇਮ ਇਹਨਾਂ ਨੇ ਉਹੀ ਚੀਜ਼ ਇੱਥੇ ਥੋੜ੍ਹੀ ਇਲੈਬੋਰੇਟ ਕੀਤੀ ਹੋਈ ਹੈ ਕਿ ਕੰਪਾਈਲ ਟਾਈਮ 'ਤੇ ਜਾਂ ਰਨ ਟਾਈਮ 'ਤੇ ਟੂ ਡਿਫਰੈਂਟ ਮੈਮਰੀ ਐਲੋਕੇਸ਼ਨ ਸਕੀਮਸ ਆਰ ਪੋਸੀਬਲ. static memory allocation and dynamic memory. Static memory is assigned before the execution of a program, that is at compile time. Static memory allocation ਕਿਹੜੀ ਹੈ? ਜਿਹੜੀ ਐਗਜ਼ੀਕਿਊਸ਼ਨ ਤੋਂ ਪਹਿਲੇ ਅਸੀਂ ਪ੍ਰੋਸੈਸ ਨੂੰ ਜਗ੍ਹਾ ਦੇ ਦਿੰਦੇ ਹਾਂ, ਸਪੇਸ ਦੇ ਦਿੰਦੇ ਹਾਂ. ਠੀਕ ਹੈ ਜੀ, ਦੈਟ ਇਜ਼ ਐਟ ਕੰਪਾਈਲ ਟਾਈਮ. ਮੀਨਸ ਸਟੂਡੈਂਟ ਸਾਡੇ ਕੋਲ ਰਜਿਸਟਰ ਹੋ ਗਿਆ, ਐਡਮਿਸ਼ਨ ਹੋ ਗਈ, ਅਸੀਂ ਉਹਦਾ ਪਹਿਲੇ ਹੀ ਡੈਕਸ ਹੈ ਜਿਹੜਾ ਪਹਿਲੇ ਹੀ ਆਪਾਂ ਫਿਕਸ ਕਰਤਾ ਕਿ ਇਹਨੇ ਇਸ ਸਟੂਡੈਂਟ ਨੇ ਇੱਥੇ ਆ ਕੇ ਬੈਠਣਾ ਹੈ, ਦੂਸਰੇ ਸਟੂਡੈਂਟ ਨੇ ਇੱਥੇ ਬੈਠਣਾ ਹੈ. ਠੀਕ ਹੈ, ਬਿਫੋਰ ਦਾ ਐਗਜ਼ੀਕਿਊਸ਼ਨ ਪਹਿਲੇ ਹੀ ਅਸੀਂ ਉਹਨੂੰ ਅਸਾਈਨ ਕਰਤਾ. ਦੈਟ ਇਜ਼ ਉਹਨੂੰ ਆਪਾਂ ਬੋਲਦੇ ਕੰਪਾਈਲ ਟਾਈਮ. ਠੀਕ ਹੈ ਜੀ, ਅਤੇ ਅੱਗੇ ਆਹ ਪੜ੍ਹ ਲਿਓ. ਇਟ ਇਜ਼ ਫॉर ਸਿੰਗਲ ਪਾਰਟੀਸ਼ਨਿੰਗ ਦੇ ਲਈ ਵੀ ਯੂਜ਼ ਕਰਦੇ ਹਾਂ, ਮਲਟੀਪਲ ਦੇ ਲਈ. ਉਸ ਤੋਂ ਬਾਅਦ ਸੈਕਿੰਡ ਮੈਥਡ ਡਾਇਨਾਮਿਕ ਮੈਮਰੀ ਐਲੋਕੇਸ਼ਨ. ਇਹਦੇ 'ਚ ਕੀ ਹੈ? ਮੈਮਰੀ ਇਜ਼ ਅਸਾਈਨਡ ਐਟ ਦ ਰਨ ਟਾਈਮ ਅਕੋਰਡਿੰਗ ਟੂ ਦ ਨੀਡ ਆਫ ਅ ਪ੍ਰੋਸੈਸ. Dynamic allocation technique is implemented by demand paging or segmentation. Dynamic memory allocation ਕਦੋਂ ਹੁੰਦੀ ਹੈ? ਜਿਹੜੀ ਰਨ ਟਾਈਮ 'ਤੇ ਹੁੰਦੀ ਹੈ. ਇਹਦੇ ਲਈ ਮੈਂ ਤੁਹਾਨੂੰ ਕੁਛ ਇਸ ਤਰ੍ਹਾਂ ਦੱਸਿਆ ਤਾਂ ਸ਼ਾਇਦ ਕਿ ਜਿਵੇਂ ਆਪਾਂ ਬੱਚੇ ਗੇਮਿੰਗ ਖੇਡ ਰਹੇ ਆ, ਜਿਹੜੇ ਬੱਚੇ ਖੇਡਦੇ ਖੇਡਦੇ ਥੱਕ ਜਾਂਦੇ ਆ, ਕਦੀ ਉਹ ਕਿਸੇ ਚੇਅਰ 'ਤੇ ਆ ਕੇ ਬੈਠ ਜਾਂਦੇ ਆ, ਕੋਈ ਬੱਚਾ ਕਿਸੇ 'ਤੇ ਆ ਕੇ ਬੈਠ ਜਾਂਦਾ ਹੈ. ਮੀਨਸ ਰਨ ਟਾਈਮ ਮੈਂ ਜਸਟ ਫੋਰ ਐਗਜ਼ਾਮਪਲ ਉਹਦੇ ਨਾਲ ਰਿਲੇਟ ਕਰ ਰਹੀ ਹਾਂ ਕਿ ਇਹਦੇ 'ਚ ਕਿਹਾ ਹੈ ਮੈਮਰੀ ਇਜ਼ ਅਸਾਈਨਡ ਐਟ ਦ ਰਨ ਟਾਈਮ ਅਕੋਰਡਿੰਗ ਟੂ ਦ ਨੀਡ ਆਫ ਅ ਪ੍ਰੋਸੈਸ. ਜਿਹਨੂੰ ਜਿੱਥੇ ਲੋੜ ਹੈ ਉੱਥੇ ਆਪਾਂ ਉਹਨੂੰ ਉਹ ਵਾਲੀ ਮੈਮਰੀ ਜਿਹੜੀ ਅਸਾਈਨ ਕਰ ਦਿੰਦੇ ਆ. ਠੀਕ ਹੈ ਜੀ, ਸੋ ਅੱਗੇ ਹੈ ਡਿਪੈਂਡਿੰਗ ਅਪੋਨ ਵੈਦਰ ਦ ਮੈਮਰੀ ਇਜ਼ ਐਲੋਕੇਟਡ ਟੂ ਦ ਪ੍ਰੋਸੈਸ ਇਜ਼ ਕੰਟੀਗਿਊਸ ਔਰ ਨਾਟ. ਸੋ ਦੇਰ ਆਰ ਟੂ ਟਾਈਪਸ ਆਫ ਐਲੋਕੇਸ਼ਨ ਟੈਕਨੀਕ. ਦਿਸ ਇਜ਼ ਐਲੋਕੇਸ਼ਨ ਟੈਕਨੀਕਸ. ਠੀਕ ਹੈ ਜੀ, ਇਹ ਮੈਮਰੀ ਐਲੋਕੇਸ਼ਨ ਕਿਸ ਟਾਈਮ 'ਤੇ ਆਪਾਂ ਕਰਦੇ ਹਾਂ? ਇਹ ਟੈਕਨੀਕਸ ਕੰਟੀਗਿਊਸ ਸਟੋਰੇਜ ਐਲੋਕੇਸ਼ਨ ਐਂਡ ਨੋਨ ਕੰਟੀਗਿਊਸ ਸਟੋਰੇਜ ਐਲੋਕੇਸ਼ਨ. ਕੰਟੀਗਿਊਸ ਦਾ ਮਤਲਬ ਹੁੰਦਾ ਕਿ ਮਤਲਬ ਅਗਰ ਤੁਸੀਂ ਇੰਟਰਨੈਟ 'ਤੇ ਦੇਖੋਗੇ ਤਾਂ ਉੱਥੇ ਮਿਲੇਗਾ ਤੁਹਾਨੂੰ ਕਿ ਜੋ ਆਪਸ 'ਚ ਕੰਬਾਈਨਡ ਹੈ, ਮਿਲਿਆ ਹੋਇਆ ਹੈ. ਠੀਕ ਹੈ ਜੀ, ਕੰਟੀਗਿਊਸ ਸਟੋਰੇਜ ਐਲੋਕੇਸ਼ਨ ਦਾ ਪ੍ਰੋਗਰਾਮਸ ਡਾਟਾ ਐਂਡ ਇੰਸਟਰਕਸ਼ਨ ਆਕੂਪਾਈ ਸਿੰਗਲ ਮੈਮਰੀ ਏਰੀਆ. ਕੰਟੀਗਿਊਸ ਦੇ ਵਿੱਚ ਕਿਆ ਹੈ? ਜਿਹੜਾ ਡਾਟਾ ਅਤੇ ਇੰਸਟਰਕਸ਼ਨ ਹੈ ਉਹ ਇਕੱਠੀਆਂ ਇੱਕ ਜਗ੍ਹਾ 'ਤੇ ਪਈਆਂ ਹੋਈਆਂ. ਓਕੇ, ਇਨ ਅ ਸਿੰਪਲ ਲੈਂਗੁਏਜ ਡਾਟਾ ਐਂਡ ਇੰਸਟਰਕਸ਼ਨ ਆਕੂਪਾਈ ਅ ਸਿੰਗਲ ਮੈਮਰੀ ਏਰੀਆ. ਨੋਨ ਕੰਟੀਗਿਊਸ ਦੇ ਵਿੱਚ ਕਿਆ ਹੈ? ਨੋਨ ਕੰਟੀਗਿਊਸ ਦੇ ਵਿੱਚ ਡਾਟਾ ਕਿਤੇ ਪਿਆ ਹੋਏਗਾ ਅਤੇ ਉਹਦਾ ਇੰਸਟਰਕਸ਼ਨਸ ਕਿਤੇ ਪਈਆਂ ਹੋਣਗੀਆਂ. ਠੀਕ ਹੈ ਜੀ, ਉਹ ਹੋ ਗਿਆ ਨੋਨ ਕੰਟੀਗਿਊਸ. ਪ੍ਰੋਗਰਾਮਸ ਡਾਟਾ, ਠੀਕ ਹੈ, ਜਾਂ ਪ੍ਰੋਗਰਾਮ ਦਾ ਡਾਟਾ ਕਿਤੇ ਕਿਤੇ ਵਰਡ ਪ੍ਰੋਸੈਸ ਆਉਂਦਾ ਹੈ. ਪ੍ਰੋਗਰਾਮਸ ਡਾਟਾ ਐਂਡ ਇੰਸਟਰਕਸ਼ਨ ਮੇ ਆਕੂਪਾਈ ਨੋਨ ਕੰਟੀਗਿਊਸ ਏਰੀਆ ਆਫ ਮੈਮਰੀ. ਦਸ ਇਨ ਨੋਨ ਕੰਟੀਗਿਊਸ a program is divided into several blocks or segments that may be placed throughout main storage in pieces, not necessarily adjacent to one another. ਜ਼ਰੂਰੀ ਨਹੀਂ ਇੱਕ ਦੂਜੇ ਦੇ ਨਾਲ ਐਡਜਸਟੈਂਟਲੀ ਪਲੇਸ ਹੋਣਾ ਹੈ. ਉਹ ਕਿਤੇ ਵੀ ਥਰੂ ਆਊਟ ਮੈਮਰੀ ਕਿਤੇ ਵੀ ਉਹ ਪੀਸਿਸ ਦੇ ਵਿੱਚ ਪਿਆ ਹੋ ਸਕਦਾ ਹੈ. ਉਸ ਤੋਂ ਬਾਅਦ ਹੈ ਪਾਰਟੀਸ਼ਨਸ.
Partitioning is the method of dividing the main memory into certain fixed size और variable size। ਹੁਣ ਇਹ ਹੈ ਕਿ ਚਲੋ ਕੰਟੀਗਿਊਸ ਹੋ ਗਿਆ ਕਿ ਉਹ ਇੱਕੋ ਹੀ ਜਗ੍ਹਾ 'ਤੇ ਸਟੋਰ ਕਰ ਸਕਦੇ ਆਪਾਂ ਡਾਟਾ, ਔਰ ਇੰਸਟਰਕਸ਼ਨ ਨੋਨ ਕੰਟੀਗਿਊਸ ਹੋ ਗਿਆ ਕਿ ਅਲੱਗ-ਅਲੱਗ ਪੀਸਿਸ ਦੇ ਵਿੱਚ ਕਰ ਸਕਦੇ ਹਾਂ। ਹੁਣ ਕਿੱਥੇ ਕਰਾਂਗੇ, ਕਿਵੇਂ ਕਰਾਂਗੇ, ਉਹਦਾ ਉਹੀ ਕੰਸੈਪਟ ਹੈ ਕਿ ਪਾਰਟੀਸ਼ਨਿੰਗ ਇਜ਼ ਦਾ ਮੈਥਡ ਆਫ ਡਿਵਾਈਡਿੰਗ ਦਾ ਮੇਨ ਮੈਮਰੀ। ਪਾਰਟੀਸ਼ਨ ਕਰਨੀ ਪਤਾ ਹੈ ਤੁਹਾਨੂੰ, ਮੇਰੇ ਕੋਲ ਸਪੇਸ ਹੈ, ਇਹਨੂੰ ਮੈਂ ਇੱਦਾਂ ਡਿਵਾਈਡ ਕਰ ਲਿਆ। dividing the main memory into fixed size or variable size portion। fixed size ਸਾਰਿਆਂ ਨੂੰ ਮੈਂ ਸੇਮ ਸਾਈਜ਼ ਦੇਤਾ ਕਿ ਸਾਰਿਆਂ ਨੂੰ 5 KB ਸਪੇਸ ਮਿਲੇਗੀ। ਵੇਰੀਏਬਲ ਸਾਈਜ਼ ਕੋਈ ਬਲੌਗ ਮੇਰਾ 5 KB ਦਾ ਹੋਏਗਾ, ਕੋਈ 10 KB ਦਾ ਹੋਏਗਾ, ਕੋਈ 15 KB ਦਾ ਹੋਏਗਾ, ਕੋਈ 2 ਦਾ ਹੋਏਗਾ। ਠੀਕ ਹੈ ਜੀ, ਓਕੇ। ਸੋ ਅੱਗੇ ਸਿੰਗਲ ਪਾਰਟੀਸ਼ਨ ਐਲੋਕੇਸ਼ਨ ਮੋਨੋਪ੍ਰੋਗਰਾਮਿੰਗ। This method of partitioning is also known as single user contiguous allocation। It is simplest management scheme only one process can run at a time। single partitioning allocation ਦੇ ਵਿੱਚ ਕੀ ਹੈ, ਇੱਕ ਪ੍ਰੋਸੈਸ ਹੋਏਗੀ ਜਿਹਨੇ ਰਨ ਹੋਣਾ ਹੈ, ਅਤੇ ਉਹੀ ਪ੍ਰੋਸੈਸ ਨੂੰ ਅਸੀਂ ਸਾਰੀ ਸਪੇਸ ਐਲੋਕੇਟ ਕਰ ਦੇਣੀ ਹੈ। ਨਥਿੰਗ ਕੋਈ ਹੋਰ ਉਹਦੇ 'ਚ ਆਣੀ ਨਹੀਂ ਚਾਹੀਦੀ। ਇਟ ਇਜ਼ ਸਿੰਪਲੈਸਟ ਮੈਮਰੀ ਮੈਨੇਜਮੈਂਟ ਸਕੀਮ ਇਨ ਵਿਚ ਓਨਲੀ one process can run at a time। that is only one process। our main चीज़ है only one process in simplest memory management scheme। only one process is present। ठीक है, समझ आया ना, ऐसा कर लिया तो शिफ्ट। in this scheme only one process is present in the memory at a time। एक टाइम ते एक ही process memory ਦੇ ਵਿੱਚ ਹੋਏਗੀ। and this process is allowed to use the entire space of memory। और उसी process ਨੂੰ ਸਾਰੀ ਜਿਹੜੀ ਸਪੇਸ ਆ ਉਹ ਦੇ ਦੇਣੀ ਹੈ। ਕੋਈ ਪਾਰਟੀਸ਼ਨਿੰਗ ਵੀ ਕੁਛ ਨਹੀਂ। ਆਪਰੇਟਿੰਗ ਸਿਸਟਮ ਹੈ ਜੀ, ਸਿੰਗਲ ਪਾਰਟੀਸ਼ਨਿੰਗ ਹੈ, ਇੱਕ ਪ੍ਰੋਸੈਸ ਇੱਥੇ ਪਈ ਹੋਏਗੀ। ਠੀਕ ਹੈ, ਸਾਰੀ, ਚਾਹੇ ਉਹ ਛੋਟੀ ਜਿਹੀ ਪ੍ਰੋਸੈਸ ਹੈ, ਚਾਹੇ ਉਹ ਇੰਨੀ ਕੁ ਸਪੇਸ ਕਵਰ ਕਰੇ, ਚਾਹੇ ਉਹ ਪੂਰੀ ਸਪੇਸ ਕਵਰ ਕਰੇ। ਸੋ ਠੀਕ ਹੈ ਜੀ। in this system memory is divided into two contiguous area। one of them is permanently allocated to the operating system। ਇਹ ਤਾਂ every time ਰਹੇਗਾ ਹੀ ਰਹੇਗਾ ਮੈਮਰੀ ਦੇ ਵਿੱਚ। ਜਿਹੜੀ ਆ ਡਾਇਗਰਾਮ ਤੁਸੀਂ ਦੇਖੀ ਹੈ, ਆਪਰੇਟਿੰਗ ਸਿਸਟਮ ਤਾਂ ਹੋਏਗਾ ਹੀ ਹੋਏਗਾ। ਠੀਕ ਹੈ, ਆਪਰੇਟਿੰਗ ਸਿਸਟਮ ਦੇ ਜਿਹੜੇ ਪ੍ਰੋਗਰਾਮ ਹੈ, ਜੋ ਵੀ ਉਹਦਾ ਕੋਡ ਲਿਖਿਆ ਹੋਇਆ ਉਹ ਤਾਂ ਰਹਿਣਾ ਹੀ ਰਹਿਣਾ ਹੈ। ਸੋ ਇੱਕ ਜਿਹੜਾ ਪਰਮਾਨੈਂਟਲੀ ਐਲੋਕੇਟਡ ਏਰੀਆ ਹੈ ਫॉर ਦਾ ਆਪਰੇਟਿੰਗ ਸਿਸਟਮ, ਐਂਡ ਅਦਰ ਇਜ਼ ਆਕੂਪਾਈਡ ਬਾਏ ਦਾ ਸਿੰਗਲ ਯੂਜ਼ਰ ਪ੍ਰੋਸੈਸ। ਅਤੇ ਆਹ ਕੀ ਹੈ, ਇੱਕ ਹੀ ਪ੍ਰੋਸੈਸ ਸਿੰਗਲ ਯੂਜ਼ਰ ਪ੍ਰੋਸੈਸ ਉੱਤੇ ਹੋਏਗੀ। the process to be executed is loaded into a free space and a part of memory space will be unused। so ਇਹ ਤੁਹਾਨੂੰ ਪਤਾ ਹੈ ਕਿ unused ਵੀ ਰਹਿ ਸਕਦਾ ਹੈ। ਉਸ ਤੋਂ ਬਾਅਦ ਹੈ ਪ੍ਰੋਟੈਕਸ਼ਨ ਇਨ ਸਿੰਗਲ ਪਾਰਟੀਸ਼ਨ ਐਲੋਕੇਸ਼ਨ। ਹੁਣ ਆਪਾਂ ਪ੍ਰੋਟੈਕਸ਼ਨ ਕਿਵੇਂ ਕਰ ਸਕਦੇ ਹਾਂ, ਠੀਕ ਹੈ, ਇਸ ਚੀਜ਼ ਦੀ। ਇਟ ਇਜ਼ ਇੰਪੋਰਟੈਂਟ ਦੈਟ OS ਮਸਟ ਬੀ ਪ੍ਰੋਟੈਕਟਡ ਫਰੋਮ ਡਿਸਟਰਕਸ਼ਨ ਬਾਏ ਦਾ ਯੂਜ਼ਰ ਪ੍ਰੋਗਰਾਮ। ਠੀਕ ਹੈ ਜੀ। ਹੁਣ ਕਿਉਂਕਿ ਕਹਿ ਰਿਹਾ ਕਿ ਮੈਮਰੀ ਹੈਗੀ ਹੈ, ਮੈਮਰੀ ਦੇ ਵਿੱਚ OS ਵੀ ਇੱਥੇ ਹੀ ਪਿਆ ਹੈ ਅਤੇ ਪ੍ਰੋਸੈਸ ਵੀ ਇੱਥੇ ਹੀ ਪਏ ਹੈ, ਅਤੇ ਇਹ ਦੋਨੋਂ ਆਪਸ 'ਚ ਪ੍ਰੋਗਰਾਮ ਹੈ ਇੱਕ ਦੂਸਰੇ 'ਚ ਮੀਨਸ ਕੰਬਾਈਨ ਨਾ ਹੋ ਜਾਣ, ਤਾਂ ਉਹ ਆਪਾਂ ਪ੍ਰੋਟੈਕਟ ਕਿਵੇਂ ਕਰਨਾ ਹੈ। ਠੀਕ ਹੈ ਜੀ। ਹੁਣ ਬਹੁਤ ਸਾਰੀਆਂ ਫਾਈਲਸ ਪਈਆਂ ਹੁੰਦੀਆਂ ਇੱਕ ਜਗ੍ਹਾ, ਤਾਂ ਅਗਰ ਉਹ ਇੱਕ ਦੂਸਰੇ 'ਚ ਮਤਲਬ ਮਿਕਸ ਹੋ ਜਾਣ ਤਾਂ ਉਹ ਪ੍ਰੋਬਲਮ ਕ੍ਰੀਏਟ ਕਰਦਾ ਹੈ। ਠੀਕ ਹੈ, ਬਾਅਦ ਦੇ ਵਿੱਚ। ਸੋ ਰੀਡ ਆਊਟ ਕਰ ਲਓ। that is user program does not interfere with memory occupied by OS। simple, that is the user program does not interfere with the OS। for this we use protection। such protection is provided by using single register। एक register ਆਪਾਂ use ਕਰਦੇ ਹਾਂ, called boundary register ਨੂੰ ਬੋਲਦੇ ਹਾਂ, ਔਰ fence register ਬੋਲਦੇ ਹਾਂ, ਜਾਂ ਫਿਰ ਉਹਨੂੰ base register ਬੋਲਦੇ ਹਾਂ। ਠੀਕ ਹੈ, ਕੁਛ ਵੀ ਕਹਿ ਲੈਂਦੇ ਆ। ਫੈਂਸਿੰਗ ਹੁੰਦੀ ਹੈ ਬਾਊਂਡਰੀ ਕਰਨੀ। ਠੀਕ ਹੈ ਜੀ। ਬਾਊਂਡਰੀ, ਅਗਰ ਅਸੀਂ ਬਾਊਂਡਰੀ ਲਗਾ ਦਾਂਗੇ ਇੱਥੇ ਕਿਸੇ ਚੀਜ਼ ਦੀ, ਤਾਂ ਸਾਨੂੰ ਪਤਾ ਲੱਗ ਜਾਏਗਾ ਕਿ ਇਹਦੇ ਉੱਪਰ ਆਪਰੇਟਿੰਗ ਸਿਸਟਮ, ਇਹਦੇ ਨੀਚੇ ਯੂਜ਼ਰ ਪ੍ਰੋਗਰਾਮ ਹੈ। ਬਾਊਂਡਰੀ ਕਿਵੇਂ ਲਗਾ ਸਕਦੇ ਹਾਂ, ਸਾਨੂੰ ਇੱਥੇ ਐਡਰੈਸ ਪਤਾ ਹੋਣਾ ਚਾਹੀਦਾ। ਆਪਰੇਟਿੰਗ ਸਿਸਟਮ ਦਾ ਐਡਰੈਸ 2000 ਤੱਕ ਹੈ, 2000 ਦੇ ਉੱਪਰ ਉਹ ਹੈ, ਅਤੇ 1999 ਇਹਦੇ ਨੀਚੇ ਸਾਰਾ ਯੂਜ਼ਰ ਪ੍ਰੋਗਰਾਮ ਹੈ। ਸੋ ਰਜਿਸਟਰ ਮਾਰਕਸ ਅ ਬਾਊਂਡਰੀ। ਠੀਕ ਹੈ ਜੀ। ਰਜਿਸਟਰ ਜਿਹੜਾ ਬਾਊਂਡਰੀ ਮਾਰਕ ਕਰ ਦਿੰਦਾ ਹੈ ਬਿਟਵੀਨ ਦਾ OS ਐਂਡ ਯੂਜ਼ਰ ਏਰੀਆ। ਇਫ ਦਾ ਆਪਰੇਟਿੰਗ ਸਿਸਟਮ ਆਕੂਪਾਈਜ਼, ਯੂ ਕੈਨ ਰੀਡ ਦਿਸ ਆਊਟ। ਸੋ ਉਹਦੇ 'ਤੇ ਹੈ ਕਿ ਇਹਦੇ 'ਚ ਆਪਾਂ ਫੈਂਸਿੰਗ ਕਰਦੇ ਹਾਂ। ਐਡਵਾਂਟੇਜ ਪੜ੍ਹ ਲਿਓ, ਸਿੰਪਲ ਹੈ, ਸਟ੍ਰੇਟ ਹੈ, ਕੋਈ ਕੰਪਲੈਕਸਿਟੀ ਨਹੀਂ ਹੈ, ਹਾਰਡਵੇਅਰ ਸਪੋਰਟ ਘੱਟ ਜ਼ਰੂਰਤ ਪੈਂਦੀ ਹੈ। ਡਿਸਐਡਵਾਂਟੇਜ ਤੁਹਾਨੂੰ ਪਤਾ ਹੈ ਕਿ ਪੂਰੀ ਸਪੇਸ ਇੱਕ ਹੀ ਕਵਰ ਕਰ ਲੈਂਦਾ ਹੈ, ਅਤੇ ਫਿਰ ਵੇਸਟੇਜ ਹੁੰਦੀ ਹੈ। okay
ਸੈਕਿੰਡ ਪ੍ਰੋਟੈਕਸ਼ਨ ਦਾ ਮੈਥਡ ਕਿਹੜਾ ਹੈ? ਪਿੱਛੇ ਅਸੀਂ ਪੜ੍ਹਿਆ ਸਿੰਗਲ, ਇੱਥੇ ਹੁਣ ਸੈਕਿੰਡ ਮੈਥਡ ਕਿਹੜਾ ਪ੍ਰੋਟੈਕਸ਼ਨ ਦਾ? ਇਹ ਕਿਹਦੇ ਅੰਡਰ ਅਸੀਂ ਕਰ ਰਹੇ ਹਾਂ? ਇਹ ਚੀਜ਼ ਕਿਹਦੇ ਅੰਡਰ ਕਰਦੇ ਅਸੀਂ? ਸਿੰਗਲ ਪਾਰਟੀਸ਼ਨ ਐਲੋਕੇਸ਼ਨ ਦੇ ਅੰਡਰ ਕਰ ਰਿਹਾ। ਪਾਰਟੀਸ਼ਨਿੰਗ ਦੇ ਅੰਦਰ ਕੀਤਾ ਸਿੰਗਲ ਪਾਰਟੀਸ਼ਨ ਐਲੋਕੇਸ਼ਨ, ਉਹਦੇ ਅੰਦਰ ਪ੍ਰੋਟੈਕਸ਼ਨ ਵਿਦ ਸਿੰਗਲ। ਹੁਣ ਇਹ ਪ੍ਰੋਟੈਕਸ਼ਨ ਕਰਨੀ ਹੈ ਆਪਾਂ ਮਲਟੀਪਲ ਫਿਕਸਡ ਪਾਰਟੀਸ਼ਨ ਐਲੋਕੇਸ਼ਨ ਦੇ ਨਾਲ। ਹੁਣ ਇਹਦੇ ਨਾਲ ਕਿਹਾ ਦਿਸ ਮੈਮਰੀ ਐਲੋਕੇਸ਼ਨ ਸਕੀਮ ਸਪੋਰਟਸ ਮਲਟੀ ਪ੍ਰੋਗਰਾਮਿੰਗ। ਇਹਦੇ 'ਚ ਕਿਹਾ ਆਪਾਂ ਪਾਰਟੀਸ਼ਨਿੰਗ, ਪਾਰਟੀਸ਼ਨ 1 2 ਐਂਡ 3 ਇੱਦਾਂ ਪ੍ਰੋਪਰ ਪਾਰਟੀਸ਼ਨਿੰਗ ਕਰ ਲੈਣੀ ਹੈ ਫਿਕਸਡ ਸਾਈਜ਼ ਦੀ। ਠੀਕ ਹੈ ਜੀ। ਇਕੁਅਲ ਸਾਈਜ਼ ਔਰ ਅਨਇਕੁਅਲ ਸਾਈਜ਼ ਪਾਰਟੀਸ਼ਨਿੰਗ। ਇਕੁਅਲ ਸਾਈਜ਼ ਪਾਰਟੀਸ਼ਨਿੰਗ ਦੇ ਅੰਦਰ ਆਪਾਂ ਸਾਰਿਆਂ ਨੂੰ ਸੇਮ ਸਪੇਸ ਦੀ ਪਾਰਟੀਸ਼ਨਿੰਗ ਪ੍ਰੋਵਾਈਡ ਕਰਾਂਗੇ। ਇਹ ਹੋ ਗਿਆ 16 16 16 16 16। ਅਤੇ ਅਨਇਕੁਅਲ ਦੇ ਵਿੱਚ ਆਪਾਂ ਕੋਈ 16 ਦਾ ਹੋ ਗਿਆ, ਕੋਈ 32 ਦਾ ਹੋ ਗਿਆ, ਮੈਂ ਤੁਹਾਨੂੰ ਪਹਿਲੇ ਵੀ ਦੱਸ ਚੁੱਕੀ ਹਾਂ। ਸੋ ਇਸ ਤਰੀਕੇ ਦੇ ਨਾਲ ਅਸੀਂ ਪ੍ਰੋਟੈਕਸ਼ਨ ਕਰ ਸਕਦੇ ਹਾਂ। Here what you have to read is in multiple fixed partition scheme multiple partition of fixed size are created। ठीक है जी, सिंपल थ्योरी है, यू कैन ईजिली रीड इट आउट। मल्टीपल पार्टीशनिंग यूज़ करते हैं, वो आप सिंगल ही यूज़ कर देते हो, सारी इको ही प्रोसैस सारा कुछ लै जाती थी, सारी स्पेस। इन केस ऑफ इक्वल साइज हु साइज लैस दैन ऑफ इक्वल, तुहानूं पता है हुण कित्थे किहड़ी चीज़ होएगी। हुण प्रोसैस है जिहड़ी प्रोसैस अगर मेरी 16 MB की है तो वो इत्थे या किते भी जिथे फ्री स्पेस होएगी 16 MB की ही मेरी प्रोसैस है तो वो इत्थे लोड हो जाएगी, या उन्होंने ये वाली स्पेस मिल जाएगी। ठीक है, या ये खाली हुई तो ये मिल जाएगी, या तो इक्वल होनी चाहिए है या वो तो घट होनी चाहिए। या मेरी 15 MB की प्रोसैस होवे तो मैनू स्पेस मिल जाएगी, वध वाले नू नहीं मिलेगी। ठीक है, उन्होंने क्या अगर ज़्यादा स्पेस है, अगर 18 है तो 15 MB 16 इदों मिल जाएगा, 2 किसी होर तो फिर वो अलग प्रोसैस आ जाता है। सो ठीक है, जो प्रोसैस मैं सेव करानी है या तो इक्वल साइज़ की होवे या उससे छोटी होवे। ये चीज़ इन्होंने इत्थे लिखी हुई है। इक्वल साइज़ के विच क्या है, प्रोसैस का जिहड़ा साइज़ है लैस दैन होना चाहिए एंड इक्वल टू होना चाहिए। अनइक्वल दे विच क्या है, द प्रोसैस इज लोडेड इनटू अ पार्टीशन हुज कैपेसिटी साइज इज ग्रेटर दैन और इक्वल टू द मैमरी रिक्वायरमेंट। उस तो बाद ठीक है जी, इक्वल साइज़ पार्टीशनिंग के इक्वल साइज़ होएगा सारा पार्टीशन का, अनइक्वल के अनइक्वल होएगा। उस तो बाद तुहाडा नैक्सट टॉपिक है इंटरनल फ्रैगमेंटेशन। दिस इज़ इंपॉर्टेंट टॉपिक, इंटरनल फ्रैगमेंटेशन एंड एक्सटर्नल फ्रैगमेंटेशन। अच्छा, इंटरनल फ्रैगमेंटेशन देखो, इन फिक्स्ड पार्टीशनिंग द वेरियस पार्टीशनिंग कैन बी सेम साइज और so where I was in the internal fragmentation fixed partitioning ਦੇ ਵਿੱਚ क्या partitioning can be of same size or different size। अब fixed size ਦੀ fixed partitioning ਦੀ example है, कोई 800 KB ਦਾ है, कोई 750 K ਦਾ है, कोई 700 400 200 100। ठीक है जी, तो यही कह रहे हो कि फिक्सड पार्टीशनिंग है जिहड़ी ਉਹਦੇ 'ਚ पार्टीशनिंग ਆਪਾਂ ਕਰਦੇ ਆ, बट वो सेम साइज़ की हो सकती है, डिफरेंट साइज़ की हो सकती है। ਹੁਣ ਤੁਸੀਂ ਇਹ ਦੇਖੋ कि ਜਿਹੜੀ ਮੇਰੀ प्रोसैस है अगर तो वो 800 K की है, 800 का 800 फिल हो जाएगा, बट अगर वो 600 की हुई, ठीक है 600 की हुई तो 600 मैं इत्थे भी कर सकती हाँ, इत्थे भी कर सकती है। ठीक है, बट ये 750 तो 700 ये 50 K होया, 50 K है तो मेरी प्रोसैस हैगी है 40 K की, तो मेरा 10 K है जोड़ा वो मतलब अनयूज हो जाएगा। ठीक है ना। So here they have, whenever a new process arrives and needs memory, it is allocated a partition large enough to hold the process। It is allocated to a partition। जो कोई प्रोसैस आती है उन्होंने उत्थे एलोकेट करते हैं कि जोड़ा स्पेस है वो होल्ड कर ले। However फिर भी क्या होंगे है, द साइज़ ऑफ पार्टीशन मे बी लार्ज, पार्टीशनिंग का साइज़ है जोड़ा वो वड्डा हो सकता है दैन द साइज़ ऑफ प्रोसैस का साइज़ जिवें तुहानूं दस्सिया है कि मेरी 40 दे तो साइज़ है 50 का। इन सच ए केस मैमरी पार्टीशनिंग गो वेस्ट एंड रिमेन्स अनयूज्ड, वो अनयूज रह जाती है, वेस्ट हो जाती है, तो उस चीज़ को आप बोलते हैं फ्रैगमेंटेशन। सच अनयूज स्पेस इज कॉल्ड फ्रैगमेंटेशन। द एलोकेशन ऑफ प्रोसैस टू अ पार्टीशन ग्रेटर दैन द प्रोसैस, अगेन दिस इज सेम, दिस इज द फ्रैगमेंटेशन। इनू इंटरनल फ्रैगमेंटेशन क्यों बोलते हैं, बिकॉज द मैमरी इज वेस्टेड विद इन द स्पेस एलोकेटेड टू अ प्रोसैस। एंड हेयर इज़ द एग्जाम्पल, देखो प्रोसैस अब 150 300 तो 100 तक किन्ने का हो गया है, 200 K का हो गया,
मेरी प्रोसेस 150 दी है तो 50 क्या हो गया अनयूज रह गया। सेम हेयर है तो 100 के रह गया थे, 100 के रह गया। सो ये क्या है, अनयूज स्पेस है, इंटरनल फ्रेगमेंटेशन क्रिएट हो गया थे। ਹੁਣ ਪ੍ਰੋਟੈਕਸ਼ਨ ਇਨ ਫਿਕਸਡ ਇਨ ਮਲਟੀਪਲ ਫਿਕਸਡ ਪਾਰਟੀਸ਼ਨ ਹੁਣ ਕਿਵੇਂ ਕਰਦੇ ਆ। ਓਕੇ, ਇਹ ਤਾਂ ਕੰਸੈਪਟ ਇਹ ਹੋ ਗਿਆ ਨਾ, ਇਹਦੇ ਅੰਦਰ ਇੰਟਰਨਲ ਫਰੈਗਮੈਂਟੇਸ਼ਨ। ਸੋ ਬਟ ਅਸੀਂ ਪ੍ਰੋਟੈਕਸ਼ਨ ਕਰ ਰਹੇ ਤੇ ਪ੍ਰੋਟੈਕਸ਼ਨ ਇਨ ਸਿੰਗਲ ਪਾਰਟੀਸ਼ਨਿੰਗ ਤੁਸੀਂ ਦੇਖ ਲਓ। ਹੁਣ ਪ੍ਰੋਟੈਕਸ਼ਨ ਹੈ ਮਲਟੀਪਲ ਫਿਕਸਡ ਪਾਰਟੀਸ਼ਨਿੰਗ, ਠੀਕ ਹੈ ਜੀ। ਇਹ ਉਹਦੇ 'ਚ ਪ੍ਰੋਬਲਮ ਆਈ ਹੈ। ਸੋ ਪ੍ਰੋਟੈਕਸ਼ਨ ਇਨ ਫਿਕਸਡ ਦੇ ਵਿੱਚ ਕਿਆ ਹੈ, ਫਿਕਸਡ ਕੀਤਾ ਹੋਇਆ ਹੈ, ਫਿਕਸ ਪਾਰਟੀਸ਼ਨਿੰਗ ਹੈ। ਸੋ ਫਿਕਸ ਦੇ ਵਿੱਚ ਕਿਆ ਹੈ, ਇਟ ਇਜ਼ ਇੰਪੋਰਟੈਂਟ ਟੂ ਇਨਸ਼ੋਰ ਦੈਟ ਵੇਰੀਅਸ ਯੂਜ਼ਰ ਪ੍ਰੋਸੈਸ ਸ਼ੁੱਡ ਨਾਟ ਇੰਟਰਫੇਅਰ ਵਿਦ ਈਚ ਅਦਰ। ਫਿਕਸ ਪਾਰਟੀਸ਼ਨਿੰਗ ਦੇ ਜਿਵੇਂ ਆਪਾਂ ਪਹਿਲੇ ਕੀਤਾ ਹੈ ਕਿ ਓਪਰੇਟਿੰਗ ਸਿਸਟਮ ਹੈ ਜਿਹੜਾ ਮਿਕਸ ਨਹੀਂ ਹੋਣਾ ਚਾਹੀਦਾ ਯੂਜ਼ਰ ਪ੍ਰੋਗਰਾਮਸ ਦੇ ਨਾਲ। ਸੋ ਸਿਮਿਲਰਲੀ ਹੁਣ ਮਲਟੀਪਲ ਫਿਕਸ ਪਾਰਟੀਸ਼ਨਿੰਗ ਹੈ ਤਾਂ ਜਿਹੜੀਆਂ ਪ੍ਰੋਸੈਸਿਸ ਆ ਉਹ ਵੀ ਆਪਸ ਦੇ ਵਿੱਚ ਇੰਟਰਫੇਅਰ ਨਹੀਂ ਕਰਦੀਆਂ ਹੋਣੀਆਂ ਚਾਹੀਦੀਆਂ। ਸੋ ਦ ਪ੍ਰੋਸੈਸ ਸ਼ੁੱਡ ਨਾਟ ਆਲਸੋ ਇੰਟਰਫੇਅਰ ਵਿਦ ਓਪਰੇਟਿੰਗ ਸਿਸਟਮ ਆਲਸੋ, ਨਾ ਆਪਣੇ ਆਪ ਦੇ ਨਾਲ ਕਰਨ ਵਿਦ ਈਚ ਅਦਰ ਅਤੇ ਨਾ ਹੀ ਓਪਰੇਟਿੰਗ ਸਿਸਟਮ ਦੇ ਨਾਲ ਕਰਨ। ਦਿਸ ਕੈਨ ਬੀ ਡਨ ਬਾਈ ਯੂਜ਼ਿੰਗ ਅ ਰੀਲੋਕੇਸ਼ਨ ਰਜਿਸਟਰ ਵਿਦ ਅ ਲਿਮਿਟ ਰਜਿਸਟਰ। 2 ਰਜਿਸਟਰ ਆਪਾਂ ਯੂਜ਼ ਕਰਦੇ ਹਾਂ ਇਸ ਪ੍ਰੋਬਲਮ ਨੂੰ ਦੂਰ ਕਰਨ ਦੇ ਲਈ। ਕਿਹੜੀ ਪ੍ਰੋਬਲਮ ਕਿ ਪ੍ਰੋਸੈਸਿਸ ਆਪਸ 'ਚ ਮਿਕਸ ਨਾ ਹੋ ਜਾਣ ਅਤੇ ਓ ਐਸ ਦੇ ਨਾਲ। 2 ਰਜਿਸਟਰ ਆਪਾਂ ਯੂਜ਼ ਕਰਦੇ ਹਾਂ, ਰੀਲੋਕੇਸ਼ਨ ਲਿਮਿਟ। ਇਸ ਤਰ੍ਹਾਂ ਕਿਸੇ ਨੇ ਨਹੀਂ ਸਮਝਾਉਣਾ ਤੁਹਾਨੂੰ, ਈਜ਼ੀ ਮੈਥਡ ਦੇ ਨਾਲ ਬੜੀ ਈਜ਼ੀ ਤੁਸੀਂ ਸਮਝ ਸਕਦੇ ਹੋ। ਰੀਲੋਕੇਸ਼ਨ ਰਜਿਸਟਰ ਦੇ ਨਾਲ, ਰੀਲੋਕੇਸ਼ਨ ਰਜਿਸਟਰ ਕਿਆ ਕਰਦਾ ਹੈ, ਸਟਾਰਟਿੰਗ ਐਡਰੈਸ ਸੇਵ ਕਰਦਾ ਹੈ, ਕੋਈ ਪ੍ਰੋਸੈਸ ਕਿੱਥੋਂ ਸਟਾਰਟ ਹੋ ਰਹੀ ਹੈ। ਅਤੇ ਜਿਹੜਾ ਲਿਮਿਟ ਰਜਿਸਟਰ ਹੈ ਇਟ ਕੰਟੇਨਸ ਦੈਟ ਇਟ ਮਾਰਕਸ ਦ ਐਂਡ ਆਫ ਪਾਰਟੀਸ਼ਨਿੰਗ। ਜਿਵੇਂ ਹੁਣ ਇਹ ਹੈ ਫੋਰ ਐਗਜ਼ਾਮਪਲ ਇੱਥੋਂ ਸਪੋਜ਼ ਕਰੋ ਕਿ ਆਹ 400 ਦਾ ਪਾਰਟੀਸ਼ਨਿੰਗ ਹੈ, 1000 ਤੋਂ ਲੈ ਕੇ 600, 400 ਹੋ ਗਿਆ ਪੂਰਾ। ਇੱਥੋਂ ਲੈ ਕੇ ਇੱਥੇ ਤੱਕ 400 ਹੈ, ਠੀਕ ਹੈ ਜੀ, 400 ਕੇ। ਅਤੇ ਮੇਰੀ ਪ੍ਰੋਸੈਸ ਵੀ ਸਪੋਜ਼ ਕਰੋ 400 ਕੇ ਦੀ ਹੈ ਅਤੇ ਉਹ ਪੂਰੀ ਸਪੇਸ ਲੈ ਲਏਗੀ ਨਾ ਇਹ। ਤਾਂ ਜਿਹੜਾ ਤੁਹਾਡਾ ਰੀਲੋਕੇਸ਼ਨ ਰਜਿਸਟਰ ਹੈ ਉਹ ਸਟਾਰਟਿੰਗ ਐਡਰੈਸ ਸੇਵ ਕਰਦਾ ਹੈ ਅਤੇ ਜਿਹੜਾ ਲਿਮਿਟ ਰਜਿਸਟਰ ਹੈ ਉਹ ਤੁਹਾਡਾ ਐਂਡਿੰਗ ਐਡਰੈਸ ਸੇਵ ਕਰਦਾ ਹੈ। ਮੀਨਸ ਹੁਣ ਉਹਨੂੰ ਪਤਾ ਹੋਏਗਾ ਰੀਲੋਕੇਸ਼ਨ ਦੇ ਵਿੱਚ ਕਿ 1000 ਕੇ ਤੋਂ ਲੈ ਕੇ ਫਿਰ ਉਹ ਲਿਮਿਟ ਰਜਿਸਟਰ ਦੇਖਿਆਗਾ ਅਤੇ ਉੱਥੇ 600 ਲਿਖਿਆ ਹੋਏਗਾ ਕਿ ਇੱਥੇ ਇੱਕ ਪ੍ਰੋਸੈਸ ਹੈ, ਠੀਕ ਹੈ ਜੀ। ਇਹਦਾ ਪਤਾ ਲੱਗ ਜਾਏਗਾ ਅਤੇ ਉਹ ਕੋਈ ਵੀ ਜਿਹੜੀ ਇੰਟਰਮਿਕਸਿੰਗ ਜਾਂ ਇੰਟਰਫਰੈਂਸ ਇੱਕ ਦੂਜੇ ਦੇ ਨਾਲ ਨਹੀਂ ਹੋਏਗੀ। ਐਡਵਾਂਟੇਜਸ ਪੜ੍ਹ ਲਿਓ, ਸਿੰਪਲ ਈਜ਼ੀ, ਲਿਟਲ ਓ ਐਸ ਓਵਰਹੈਡ ਹੈ ਇਹਦੇ 'ਚ। ਓ ਐਸ ਦੀ ਥੋੜ੍ਹੀ ਜਿਹੀ ਟੈਨਸ਼ਨ ਮਤਲਬ ਕਹਿ ਰਹੇ ਆ ਉਹ। disadvantages क्या है, it is suffers from internal fragmentation, the number of partition as specified and okay, this is fine. next ਆਪਾਂ ਫਿਰ ਕਰਾਂਗੇ multiple variable partitioning, allocation and external fragmentation. okay, thank you, bye bye.